ਕਿਆ ਹੋਇਆ ਮੰਮੀ ਜੀ, ਕੁਝ ਚਾਹੀਦਾ ਸੀ ਤੁਹਾਨੂੰ? ਰਸੋਈ ਘਰ ਦੇ ਡੱਬਿਆਂ ਵਿੱਚ ਝਾਕਦੀ ਸਿਮਰਨ ਜੀ ਨੂੰ ਉਹਨਾਂ ਦੀ ਨੂੰਹ ਸਵਾਤੀ ਨੇ ਪੁੱਛਿਆ ਤਾਂ ਉਹ ਹੈਰਾਨੀ ਨਾਲ ਕਹਿਣ ਲੱਗੀ, ਨੂੰਹ ਹਾਲੇ ਤਾਂ ਮੈਂ ਨਾਸ਼ਤਾ ਵੀ ਨਹੀਂ ਕੀਤਾ, ਪਰ ਇੱਥੇ ਤਾਂ ਸਾਰੇ ਭਾਂਡੇ ਖਾਲੀ ਹੋ ਚੁੱਕੇ ਹਨ। ਮੈਂ ਤਾਂ ਰਸੋਈ ਘਰ ਵਿੱਚ ਚਾਹ ਅਤੇ ਨਾਸ਼ਤਾ ਲੈਣ ਦੇ ਲਈ ਆਈ ਸੀ, ਪਰ ਇੱਥੇ ਤਾਂ ਕੁਝ ਰੱਖਿਆ ਹੀ ਨਹੀਂ ਹੈ, ਸਿਮਰਨ ਜੀ ਨੇ ਕਿਹਾ ਤਾਂ ਸਵਾਤੀ ਬੋਲੀ, ਪਰ ਮਾਂ ਜੀ ਅੱਜ ਤਾਂ ਪਹਿਲੀ ਤਰੀਕ ਹੈ, ਵੱਡਾ ਭਾਈ ਅਤੇ ਭਾਬੀ ਤੁਹਾਨੂੰ ਲੈਣ ਆਉਂਦੇ ਹੀ ਹੋਣਗੇ। ਮੈਂ ਸੋਚਿਆ ਤੁਹਾਡਾ ਖਾਣਾ ਉੱਥੇ ਬਣਿਆ ਹੋਵੇਗਾ, ਇਸ ਲਈ ਮੈਂ ਤੁਹਾਡਾ ਨਾਸ਼ਤਾ ਤਾਂ ਬਣਾਇਆ ਹੀ ਨਹੀਂ। ਨੂੰਹ ਦੀ ਗੱਲ ਸੁਣ ਕੇ ਸਿਮਰਨ ਜੀ ਹੈਰਾਨ ਰਹਿ ਗਈ। ਇੰਨੀ ਹੈਰਾਨੀ ਨਾਲ ਕਿਆ ਦੇਖ ਰਹੀ ਹੋ ਮਾਂ ਜੀ? ਤੁਹਾਡਾ ਸਾਡੇ ਘਰ ਵਿੱਚ ਰਹਿਣੇ ਦਾ ਸਮੇਂ ਖਤਮ ਹੋ ਚੁੱਕਾ ਹੈ। ਮੈਂ ਕੁਝ ਗਲਤ ਤਾਂ ਨਹੀਂ ਕਿਹਾ? ਇੰਨਾ ਸੁਣ ਕੇ ਸਿਮਰਨ ਜੀ ਬੋਲੀ, ਦੇਖ ਨੂੰ ਵੱਡੀ ਨੂੰਹ ਦਾ ਫੋਨ ਆਇਆ ਸੀ ਇਹ ਦੱਸਣ ਦੇ ਲਈ ਕਿ ਉਸ ਨੂੰ 2 ਦਿਨ ਦੇ ਲਈ ਪੇਕੇ ਜਾਣਾ ਹੈ, ਤਾਂ ਉਹ ਹਲੇ ਮੈਨੂੰ 2-3 ਦਿਨ ਦੇ ਲਈ ਨਹੀਂ ਰੱਖ ਪਾਏਗੀ। ਇਹ ਸੁਣ ਕੇ ਸਵਾਤੀ ਗੁੱਸੇ ਵਿੱਚ ਬੋਲੀ, ਮਾਂ ਜੀ ਤੁਹਾਡੇ ਦੋਵੇਂ ਪੁੱਤਾਂ ਅਤੇ ਨੂੰਹਾਂ ਨੇ ਮਿਲ ਕੇ ਇਹ ਫੈਸਲਾ ਕੀਤਾ ਸੀ ਕਿ ਇੱਕ ਮਹੀਨਾ ਵਾਰੀ-ਵਾਰੀ ਨਾਲ ਅਸੀਂ ਲੋਕ ਤੁਹਾਨੂੰ ਆਪਣੇ ਨਾਲ ਰੱਖਾਂਗੇ, ਅਤੇ ਫਿਰ ਮਹੀਨੇ ਦੀ ਪਹਿਲੀ ਤਰੀਕ ਨੂੰ ਐਸਾ ਕਿਆ ਹੋ ਗਿਆ ਜੋ ਉਹਨਾਂ ਨੂੰ ਪੇਕੇ ਜਾਣਾ ਪਿਆ। ਮੈਨੂੰ ਸਭ ਪਤਾ ਹੈ, ਇਹ ਸਭ ਉਹਨਾਂ ਦੀ ਚਾਲ ਹੈ ਤਾਂ ਕਿ ਉਹ ਹੋਰ 2 ਦਿਨ ਦੇ ਲਈ ਤੁਹਾਡੇ ਤੋਂ ਛੁਟਕਾਰਾ ਪਾ ਸਕਣ। ਠੀਕ ਹੈ, ਜੇਕਰ ਤੁਸੀਂ ਇੱਥੇ 2 ਦਿਨ ਵੱਧ ਰਹੋਗੀ ਤਾਂ ਤੁਸੀਂ ਅਗਲੇ ਮਹੀਨੇ ਦੀ 3 ਤਰੀਕ ਨੂੰ ਹੀ ਇੱਥੇ ਵਾਪਿਸ ਆਓਗੀ। ਵੱਡੀ ਭਾਬੀ ਨੂੰ ਵੀ ਤੁਹਾਨੂੰ 2 ਦਿਨ ਵੱਧ ਰੱਖਣਾ ਪਵੇਗਾ। ਇੰਨਾ ਸੁਣ ਕੇ ਸਿਮਰਨ ਜੀ ਦੀ ਅੱਖਾਂ ਵਿੱਚ ਹੰਝੂ ਆ ਗਏ। ਉਹ ਚੁੱਪ ਕਰਕੇ ਆਪਣੇ ਕਮਰੇ ਵਿੱਚ ਵਾਪਿਸ ਮੁੜ ਆਈ ਅਤੇ ਆਪਣੇ ਪਤੀ ਸੁੰਦਰ ਲਾਲ ਜੀ ਦੀ ਫੋਟੋ ਦੇ ਸਾਹਮਣੇ ਜਾ ਕੇ ਬੈਠ ਗਈ। ਸੁਣਿਆ ਤੁਸੀਂ ਕਿਆ ਕਿਹਾ ਤੁਹਾਡੀ ਛੋਟੀ ਨੂੰਹ ਨੇ? ਹੁਣ ਮੈਂ ਇਹਨਾਂ ਸਭ ਪਰ ਬੋਝ ਬਣ ਗਈ ਹਾਂ। 1 ਦਿਨ ਵੱਧ ਵੀ ਮੈਨੂੰ ਆਪਣੇ ਕੋਲ ਰੱਖਣਾ ਇਹਨਾਂ ਲੋਕਾਂ ਨੂੰ ਮਨਜ਼ੂਰ ਨਹੀਂ ਹੈ। ਜੇਕਰ ਵੱਡਾ ਪੁੱਤ ਮੈਨੂੰ ਲੈਣ ਨਹੀਂ ਆਇਆ ਤਾਂ ਛੋਟੀ ਨੂੰਹ ਨੇ ਮੈਨੂੰ ਨਾਸ਼ਤਾ ਦੇਣ ਤੋਂ ਵੀ ਇਨਕਾਰ ਕਰ ਦਿੱਤਾ। ਇਹਨਾਂ ਸਭ ਕੁਝ ਸੁਣਨੇ ਤੋਂ ਪਹਿਲਾਂ ਭਗਵਾਨ ਨੇ ਮੈਨੂੰ ਆਪਣੇ ਕੋਲ ਕਿਉਂ ਨਹੀਂ ਬੁਲਾ ਲਿੱਤਾ? ਬੋਲਦੇ-ਬੋਲਦੇ ਸਿਮਰਨ ਜੀ ਦੀ ਅੱਖਾਂ ਤੋਂ ਹੰਝੂ ਵਹਿਣ ਲੱਗੇ ਅਤੇ ਫਿਰ ਕੁਝ ਦੇਰ ਬਾਅਦ ਆਪਣੇ ਹੰਝੂਆਂ ਨੂੰ ਪੂੰਝਦੇ ਹੋਏ ਬੋਲੀ, ਹੁਣ ਮੈਂ ਉਸ ਤੋਂ ਖਾਣਾ ਮੰਗਣ ਵੀ ਨਹੀਂ ਵਾਲੀ ਹਾਂ। ਜੇਕਰ ਹੁਣ ਉਹ ਖੁਦ ਤੋਂ ਮੈਨੂੰ ਨਾਸ਼ਤਾ ਦੇਵੇਗੀ ਤਾਂ ਮੈਂ ਖਾ ਲਵਾਂਗੀ, ਨਹੀਂ ਤਾਂ ਭੁੱਖੇ ਪੇਟ ਹੀ ਰਹਿ ਜਾਵਾਂਗੀ ਅਤੇ ਮੇਰੇ ਕੋਲ ਕੋਈ ਚਾਰਾ ਵੀ ਤਾਂ ਨਹੀਂ ਹੈ। ਵੈਸੇ ਵੀ ਭੁੱਖ ਪਿਆਸ ਤਾਂ ਮਰ ਹੀ ਚੁੱਕੀ ਹੈ ਹੁਣ। ਇੰਨਾ ਲਾਚਾਰ ਤਾਂ ਸਿਮਰਨ ਜੀ ਨੇ ਖੁਦ ਨੂੰ ਆਪਣੇ ਪਤੀ ਦੇ ਜਾਣੇ ਦੇ ਬਾਅਦ ਵੀ ਮਹਿਸੂਸ ਨਹੀਂ ਕੀਤਾ ਸੀ, ਜਿੰਨਾ ਉਹ ਅੱਜ ਮਹਿਸੂਸ ਕਰ ਰਹੀ ਸੀ। ਆਪਣੇ ਪੁੱਤਾਂ ਅਤੇ ਨੂੰਹਾਂ ਦੇ ਰਾਜ ਵਿੱਚ ਉਹ ਆਪਣੇ ਆਪ ਠੱਗਾ ਜਿਹਾ ਮਹਿਸੂਸ ਕਰ ਰਹੀ ਸੀ। 2 ਘੰਟੇ ਬਾਅਦ ਛੋਟੀ ਨੂੰਹ ਨੇ ਨੌਕਰਾਣੀ ਦੇ ਹੱਥ ਖਾਣਾ ਤਾਂ ਭਿਜਵਾ ਦਿੱਤਾ, ਪਰ ਉਹ ਖਾਣਾ ਉਹਨਾਂ ਨੂੰ ਕਿਸੇ ਭੀਖ ਤੋਂ ਘੱਟ ਨਹੀਂ ਲੱਗ ਰਿਹਾ ਸੀ। ਉਹ ਸੋਚਣ ਲੱਗੀ ਕਿ ਇੰਨਾ ਅਪਮਾਨ ਭਰਾ ਖਾਣੇ ਤੋਂ ਤਾਂ ਭੁੱਖਾ ਮਰ ਜਾਣਾ ਜਾਂ ਸ਼ਾਇਦ ਜ਼ਹਿਰ ਖਾਣਾ ਹੀ ਆਸਾਨ ਸੀ। ਬੈਠੇ-ਬੈਠੇ ਸਿਮਰਨ ਜੀ ਸਾਲਾਂ ਪੁਰਾਣੀ ਗੱਲਾਂ ਯਾਦ ਕਰਨ ਲੱਗੀ। ਸੋਚਣ ਲੱਗੀ ਕਿ ਜਦ ਵੱਡੇ ਪੁੱਤ ਦੇ ਜਨਮ ਦੇ 2 ਸਾਲ ਬਾਅਦ ਮੇਰੇ ਦੂਜੇ ਪੁੱਤ ਦਾ ਜਨਮ ਹੋਇਆ ਸੀ ਤਾਂ ਸਭ ਲੋਕ ਕਿੰਨੀ ਵਧਾਈ ਦੇ ਰਹੇ ਸੀ ਮੈਨੂੰ। ਸਾਰੇ ਕਹਿੰਦੇ ਸੀ, ਤੂੰ ਤਾਂ ਕਿਸਮਤ ਲਿਖਵਾ ਕੇ ਆਈ ਹੈ ਭਗਵਾਨ ਤੋਂ। 2 ਪੁੱਤਾਂ ਦੀ ਸੇਵਾ ਪ੍ਰਾਪਤ ਕਰਕੇ ਬਹੁਤ ਵਧੀਆ ਕੱਟੇਗਾ ਤੁਸੀਂ ਦੋਵਾਂ ਦਾ ਬੁਢਾਪਾ। ਪਰ ਤੁਸੀਂ ਕਿਆ ਗਏ, ਮੇਰੀ ਤਾਂ ਜ਼ਿੰਦਗੀ ਹੀ ਨਰਕ ਬਣ ਗਈ। ਜਦ ਤੱਕ ਅਸੀਂ ਦੋਵੇਂ ਨਾਲ ਸੀ ਸਾਡੇ ਦੋਵੇਂ ਪੁੱਤ ਹਰ ਗੱਲ ਮੰਨਦੇ ਸੀ ਸਾਡੀ, ਅਤੇ ਮਜਾਲ ਹੈ ਕਿ ਦੋਵੇਂ ਨੂੰਹਾਂ ਦੇ ਮੂੰਹ ਤੋਂ ਕੋਈ ਗਲਤ ਗੱਲ ਵੀ ਨਿਕਲ ਜਾਏ। ਪਰ ਤੁਹਾਡੇ ਜਾਣੇ ਦੀ ਦੇਰ ਸੀ ਕਿ ਦੋਵੇਂ ਪੁੱਤਾਂ ਅਤੇ ਨੂੰਹਾਂ ਨੇ ਮੇਰੇ ਤੋਂ ਬਿਨਾਂ ਪੁੱਛੇ ਮੇਰੇ ਖਾਣੇ ਪੀਣੇ ਅਤੇ ਰਹਿਣੇ ਦਾ ਵੀ ਬਟਵਾਰਾ ਕਰ ਦਿੱਤਾ।
ਇੱਕ ਵਾਰ ਵੀ ਮੇਰੇ ਨਾਲ ਗੱਲ ਤੱਕ ਨਹੀਂ ਕੀਤੀ ਕਿ ਆਖਿਰ ਮੈਂ ਕਿਆ ਚਾਹੁੰਦੀ ਹਾਂ। ਆਪਣੀ ਸਹੂਲਤ ਦੇ ਹਿਸਾਬ ਨਾਲ ਮੇਰੀ ਰਹਿਣੇ ਅਤੇ ਖਾਣੇ ਪੀਣੇ ਦਾ ਪ੍ਰਬੰਧ ਕਰ ਦਿੱਤਾ। ਇਹਨਾਂ ਲੋਕਾਂ ਨੇ। ਅਰੇ ਬੁੱਢੀ ਹੋ ਗਈ ਹਾਂ ਤਾਂ ਕਿਆ ਹੋਇਆ? ਹਾਂ ਤਾਂ ਇਹਨਾਂ ਦੀ ਮਾਂ ਹੀ ਭਿਖਾਰੀਆਂ ਜੈਸੀ ਹਾਲਤ ਕਰ ਦਿੱਤੀ ਹੈ ਇਹਨਾਂ ਲੋਕਾਂ ਨੇ ਮੇਰੀ। ਆਪਣੇ ਸਵਰਗਵਾਸੀ ਪਤੀ ਦੀ ਫੋਟੋ ਨੂੰ ਦੇਖਦੇ ਦੇਖਦੇ ਸਿਮਰਨ ਜੀ ਦੀ ਅੱਖਾਂ ਦੇ ਹੰਝੂ ਰੁਕਣੇ ਦਾ ਨਾਮ ਨਹੀਂ ਲੈ ਰਹੇ ਸੀ। ਸੁੰਦਰ ਲਾਲ ਜੀ ਅਤੇ ਸਿਮਰਨ ਜੀ ਨੇ ਬਹੁਤ ਸੰਘਰਸ਼ ਕਰਕੇ ਆਪਣੇ ਦੋਵੇਂ ਪੁੱਤਾਂ ਨੂੰ ਪਾਲ ਪੋਸ ਕੇ ਵੱਡਾ ਕੀਤਾ ਸੀ। ਉਹਨਾਂ ਦੋਵਾਂ ਨੇ ਆਪਣੇ ਬੱਚਿਆਂ ਦੀ ਪਰਵਰਿਸ਼ ਵਿੱਚ ਕਦੀ ਕੋਈ ਕਮੀ ਨਹੀਂ ਆਉਣ ਦਿੱਤੀ। ਸੁੰਦਰ ਲਾਲ ਜੀ ਦੀ ਸਰਕਾਰੀ ਨੌਕਰੀ ਸੀ, ਪਰ ਬੱਚਿਆਂ ਦੀ ਪੜ੍ਹਾਈ, ਸਕੂਲ ਦੀ ਫੀਸ ਅਤੇ ਆਪਣੇ ਮਾਤਾ ਪਿਤਾ ਦੀ ਦਵਾਈਆਂ ਜੈਸੇ ਸਾਰੇ ਖਰਚੇ ਪੂਰੇ ਕਰਨੇ ਵਿੱਚ ਉਹਨਾਂ ਦੀ ਪੂਰੇ ਮਹੀਨੇ ਦੀ ਤਨਖਾਹ ਲੱਗ ਜਾਂਦੀ ਸੀ। ਇਸ ਲਈ ਸਿਮਰਨ ਜੀ ਘਰ ਦਾ ਕੰਮ ਕਰਨੇ ਦੇ ਬਾਅਦ ਟਾਂਕੇ ਬੁਣਨ ਦਾ ਕੰਮ ਕਰਦੀ ਸੀ ਅਤੇ ਉੱਨੀ ਕੱਪੜੇ ਬਣਾ ਕੇ ਦੁਕਾਨਾਂ ਪਰ ਸਪਲਾਈ ਕਰਦੀ ਸੀ, ਜਿਸ ਨਾਲ ਉਹਨਾਂ ਨੂੰ ਕੁਝ ਬੱਚਤ ਹੋ ਜਾਂਦੀ ਸੀ। ਪਰ ਜਦ ਦੋਵੇਂ ਪੁੱਤ ਵੱਡੇ ਹੋ ਗਏ ਤਾਂ ਉਹਨਾਂ ਨੇ ਸਿਮਰਨ ਜੀ ਨੂੰ ਇਹ ਕੰਮ ਕਰਨੇ ਤੋਂ ਮਨ੍ਹਾ ਕਰ ਦਿੱਤਾ ਸੀ, ਤਾਂ ਸਿਮਰਨ ਜੀ ਨੇ ਵੀ ਬਿਨਾਂ ਕਿਸੇ ਵਿਰੋਧ ਦੇ ਉਹਨਾਂ ਦੀ ਗੱਲ ਮੰਨ ਲਿੱਤੀ ਸੀ। ਸੁੰਦਰ ਲਾਲ ਜੀ ਅਤੇ ਸਿਮਰਨ ਜੀ ਨੇ ਬਹੁਤ ਮਿਹਨਤ ਕਰਕੇ ਇਹ ਵੱਡਾ ਮਕਾਨ ਬਣਾਇਆ ਸੀ। ਉਸਦੇ ਬਾਅਦ ਦੋਵੇਂ ਪੁੱਤਾਂ ਦੀ ਵੀ ਪੜ੍ਹਾਈ ਲਿਖਾਈ ਪੂਰੀ ਹੋ ਗਈ ਅਤੇ ਦੋਵੇਂ ਚੰਗੀ ਨੌਕਰੀ ਕਰਨ ਲੱਗੇ। ਬੜੇ ਚਾਅ ਨਾਲ ਸੁੰਦਰ ਲਾਲ ਜੀ ਨੇ ਆਪਣੇ ਦੋਵੇਂ ਪੁੱਤਾਂ ਮੁਕੇਸ਼ ਅਤੇ ਰਾਕੇਸ਼ ਦੇ ਵਿਆਹ ਕੀਤੇ ਸੀ। ਦੋਵੇਂ ਪੁੱਤ ਨੂੰਹਾਂ ਉਹਨਾਂ ਦਾ ਪੂਰਾ ਸਨਮਾਨ ਕਰਦੇ ਸੀ। ਪਰ ਕਰੋਨਾ ਕਾਲ ਵਿੱਚ ਸੁੰਦਰ ਲਾਲ ਜੀ ਅਚਾਨਕ ਹੀ ਦੁਨੀਆ ਛੱਡ ਕੇ ਚੱਲ ਬਸੇ। ਉਸਦੇ ਬਾਅਦ ਤਾਂ ਜਿਵੇਂ ਘਰ ਦੀ ਕਾਇਆ ਪਲਟ ਹੀ ਹੋ ਗਈ। ਦੋਵੇਂ ਪੁੱਤ ਜੋ ਰਾਮ ਲਕਸ਼ਮਣ ਦੀ ਤਰ੍ਹਾਂ ਰਿਹਾ ਕਰਦੇ ਸੀ, ਲੜਨ ਝਗੜਨ ਲੱਗੇ। ਬੜੇ ਅਰਮਾਨਾਂ ਨਾਲ ਸੁੰਦਰ ਲਾਲ ਜੀ ਅਤੇ ਸਿਮਰਨ ਜੀ ਨੇ ਜੋ ਮਕਾਨ ਬਣਵਾਇਆ ਸੀ, ਹੁਣ ਉਹ 2 ਟੁਕੜਿਆਂ ਵਿੱਚ ਵੰਡ ਹੋ ਚੁੱਕਿਆ ਸੀ ਅਤੇ 2 ਅਲੱਗ-ਅਲੱਗ ਘਰਾਂ ਵਿੱਚ ਤਬਦੀਲ ਹੋ ਚੁੱਕਿਆ ਸੀ। ਘਰ ਦੇ 2 ਟੁਕੜੇ ਹੋਣੇ ਦੇ ਨਾਲ ਹੀ ਸਿਮਰਨ ਜੀ ਦੇ ਦਿਲ ਦੇ ਹਜ਼ਾਰਾਂ ਟੁਕੜੇ ਹੋ ਗਏ। ਉਹਨਾਂ ਦੇ ਜਿਸ ਮਕਾਨ ਅੱਗੇ ਪਿੱਛੇ 2 ਗੇਟ ਹੋਇਆ ਕਰਦੇ ਸੀ, ਉਸ ਮਕਾਨ ਦੇ ਵਿੱਚੋਂ ਵਿੱਚ ਇੱਕ ਦੀਵਾਰ ਖਿੱਚ ਦਿੱਤੀ ਗਈ। ਅੱਗੇ ਦਾ ਹਿੱਸਾ ਵੱਡੇ ਪੁੱਤ ਦੇ ਕੋਲ ਅਤੇ ਪਿੱਛੇ ਦਾ ਹਿੱਸਾ ਛੋਟੇ ਪੁੱਤ ਦੇ ਕੋਲ ਆ ਗਿਆ। ਘਰ ਵਿੱਚ ਆਉਣੇ ਜਾਣੇ ਦੇ ਰਸਤੇ ਵੀ ਅਲੱਗ-ਅਲੱਗ ਹੋ ਗਏ। ਬਟਵਾਰਾ ਇੱਥੋਂ ਤੱਕ ਨਹੀਂ ਰੁਕਿਆ, ਦੋਵੇਂ ਪੁੱਤਾਂ ਨੂੰਹਾਂ ਨੇ ਸਿਮਰਨ ਜੀ ਤੋਂ ਬਿਨਾਂ ਪੁੱਛੇ ਉਹਨਾਂ ਦਾ ਵੀ ਬਟਵਾਰਾ ਕਰ ਦਿੱਤਾ ਅਤੇ ਇੱਕ ਮਹੀਨਾ ਦੋਵਾਂ ਨੇ ਸਿਮਰਨ ਜੀ ਨੂੰ ਰੱਖਣੇ ਦੀ ਵਾਰੀ ਬੰਨ੍ਹ ਲਈ ਅਤੇ ਉਹਨਾਂ ਨੂੰ ਇਹ ਫਰਮਾਨ ਸੁਣਾ ਦਿੱਤਾ ਗਿਆ, ਜਿਸ ਦੇ ਕੋਲ ਵੀ ਮਾਂ ਰਹੇਗੀ, ਪਿਤਾ ਜੀ ਦੀ ਪੈਨਸ਼ਨ ਵੀ ਉਸ ਮਹੀਨੇ ਉਸੀ ਪੁੱਤ ਨੂੰ ਮਿਲੇਗੀ। ਹੁਣ ਤਾਂ ਆਲਮ ਇਹ ਸੀ ਕਿ ਇੱਕ ਦਿਨ ਵੀ ਉੱਪਰ ਹੋ ਜਾਏ ਤਾਂ ਸਿਮਰਨ ਜੀ ਦੀ ਨੂੰਹਾਂ ਉਹਨਾਂ ਨੂੰ ਚਾਹ ਨਾਸ਼ਤਾ ਦੇਣੇ ਤੱਕ ਨੂੰ ਵੀ ਤਿਆਰ ਨਹੀਂ ਸੀ। ਅੱਜ ਸਿਮਰਨ ਜੀ ਬਹੁਤ ਉਦਾਸ ਹੋ ਚੁੱਕੀ ਸੀ। ਸੋਚਣ ਲੱਗੀ ਕਿ ਹਰ ਮਹੀਨੇ ਜੋ ਪੈਨਸ਼ਨ ਆਉਂਦੀ ਹੈ, ਉਹ ਸਾਰੀ ਦੀ ਸਾਰੀ ਪੁੱਤ ਲੈ ਜਾਂਦੇ ਹਨ। ਐਸਾ ਲੱਗਦਾ ਹੈ ਜਿਵੇਂ ਮੈਂ ਆਪਣੇ ਖਾਣੇ ਪੀਣੇ ਅਤੇ ਰਹਿਣੇ ਦੀ ਕੀਮਤ ਚੁਕਾ ਰਹੀ ਹਾਂ। ਉਸਦੇ ਬਾਵਜੂਦ ਵੀ ਭਿਖਾਰੀਆਂ ਦੀ ਤਰ੍ਹਾਂ ਇਹਨਾਂ ਲੋਕਾਂ ਤੋਂ ਖਾਣਾ ਮੰਗ ਰਹੀ ਹਾਂ। ਕਿਸੇ ਨੇ ਸੱਚ ਹੀ ਕਿਹਾ ਹੈ ਕਿ ਮਾਤਾ ਪਿਤਾ ਇੱਕ ਹੀ ਘਰ ਵਿੱਚ ਰਹਿ ਕੇ 2-2 ਪੁੱਤਾਂ ਨੂੰ ਪਾਲ ਲੈਂਦੇ ਹਨ, ਮਗਰ 2 ਪੁੱਤਾਂ ਦੇ ਵਿਆਹ ਦੇ ਬਾਅਦ ਦੋਵੇਂ ਮਿਲ ਕੇ ਵੀ ਆਪਣੇ ਮਾਂ ਪਿਤਾ ਨੂੰ ਨਹੀਂ ਪਾਲ ਸਕਦੇ। ਹੁਣ ਸਿਮਰਨ ਜੀ ਵੱਡੇ ਪੁੱਤ ਅਤੇ ਨੂੰਹ ਦੇ ਘਰ ਆ ਚੁੱਕੀ ਸੀ, ਪਰ ਇੱਥੇ ਵੀ ਉਹਨਾਂ ਦੀ ਉਦਾਸੀ ਦੂਰ ਕਰਨ ਵਾਲਾ ਕੋਈ ਨਹੀਂ ਸੀ। ਸ਼ਾਮ ਦੇ ਸਮੇਂ ਜਦ ਸਿਮਰਨ ਜੀ ਟਹਿਲਣੇ ਦੇ ਲਈ ਪਾਰਕ ਵਿੱਚ ਗਈ ਤਾਂ ਉੱਥੇ ਉਹਨਾਂ ਦਾ ਮਹਿਲਾ ਮੰਡਲ ਵਾਲਾ ਗਰੁੱਪ ਮਥੁਰਾ ਵਰਿੰਦਾਵਨ ਜਾਣੇ ਦਾ ਪ੍ਰੋਗਰਾਮ ਬਣਾ ਰਿਹਾ ਸੀ। ਸਿਮਰਨ ਤੁਸੀਂ ਵੀ ਚੱਲੋ ਨਾ ਸਾਡੇ ਨਾਲ, ਸੁਸ਼ਮਾ ਜੀ ਨੇ ਕਿਹਾ। ਤਾਂ ਉਹਨਾਂ ਦੀ ਗੱਲ ਸੁਣ ਕੇ ਸਿਮਰਨ ਜੀ ਨੂੰ
ਐਸਾ ਲੱਗਾ ਕਿ ਜਿਵੇਂ ਉਹਨਾਂ ਦੇ ਦਿਲ ਦੀ ਗੱਲ ਕਿਸੇ ਨੇ ਕਹਿ ਦਿੱਤੀ ਹੋਵੇ। ਸੋਚਣ ਲੱਗੀ ਕਿ ਕੁਝ ਸਮੇਂ ਪਹਿਲਾਂ ਜਦ ਉਹਨਾਂ ਨੇ ਆਪਣੇ ਛੋਟੇ ਪੁੱਤ ਦੇ ਸਾਹਮਣੇ ਮਥੁਰਾ ਵਰਿੰਦਾਵਨ ਜਾਣੇ ਦੀ ਇੱਛਾ ਜ਼ਾਹਿਰ ਕੀਤੀ ਸੀ ਤਾਂ ਬਹੁਤ ਜ਼ਿਆਦਾ ਖਰਚਾ ਹੋ ਜਾਵੇਗਾ, ਐਸਾ ਕਹਿ ਕੇ ਉਹਨਾਂ ਦੇ ਛੋਟੇ ਪੁੱਤ ਨੇ ਉਹਨਾਂ ਦੀ ਵਰਿੰਦਾਵਨ ਯਾਤਰਾ ਦੀ ਗੱਲ ਨੂੰ ਟਾਲ ਦਿੱਤਾ ਸੀ। ਮਨ ਮਹਿਸੂਸ ਕਰ ਉਹਨਾਂ ਨੇ ਜਾਣੇ ਦਾ ਪ੍ਰੋਗਰਾਮ ਕੈਂਸਲ ਕਰ ਦਿੱਤਾ ਸੀ। ਪਰ ਜਦ ਇਸ ਵਾਰ ਮਹਿਲਾ ਮੰਡਲ ਦਾ ਪ੍ਰੋਗਰਾਮ ਬਣ ਰਿਹਾ ਸੀ ਤਾਂ ਸਿਮਰਨ ਜੀ ਖੁਦ ਨੂੰ ਰੋਕ ਨਹੀਂ ਪਾਈ ਅਤੇ ਆਪਣੀ ਸਹੇਲੀ ਨੂੰ ਕਹਿਣ ਲੱਗੀ, ਸੁਸ਼ਮਾ, ਬਹੁਤ ਸਾਲਾਂ ਤੋਂ ਮੇਰਾ ਵੀ ਮਨ ਸੀ ਕਿ ਮੈਂ ਮਥੁਰਾ ਵਰਿੰਦਾਵਨ ਜਾਵਾਂ, ਪਰ ਕਦੀ ਮੌਕਾ ਹੀ ਨਹੀਂ ਮਿਲ ਪਾਇਆ। ਮੈਂ ਇਸ ਬਾਰੇ ਵਿੱਚ ਆਪਣੇ ਵੱਡੇ ਪੁੱਤ ਮੁਕੇਸ਼ ਨਾਲ ਗੱਲ ਕਰਕੇ ਫਿਰ ਦੱਸੂੰਗੀ। ਪਰ ਜਦ ਉਹਨਾਂ ਨੇ ਘਰ ਆ ਕੇ ਆਪਣੇ ਪੁੱਤ ਨਾਲ ਗੱਲ ਕੀਤੀ ਤਾਂ ਵੱਡੇ ਪੁੱਤ ਤੋਂ ਉਹਨਾਂ ਨੂੰ ਜੋ ਜਵਾਬ ਮਿਲਿਆ ਉਸਦੀ ਤਾਂ ਉਹਨਾਂ ਨੇ ਕਦੀ ਕਲਪਨਾ ਵੀ ਨਹੀਂ ਕੀਤੀ ਸੀ। ਮਾਂ, ਕਿੰਨੀ ਫਿਜ਼ੂਲ ਖਰਚਾ ਕਰਦੀ ਹੋ ਤੁਸੀਂ। ਕਿੰਨਾ ਵਾਹੀਆਤ ਆਈਡੀਆ ਹੈ ਤੁਹਾਡੀ ਦੋਸਤਾਂ ਦਾ। ਇਸ ਉਮਰ ਵਿੱਚ ਘਰ ਪਰ ਰਹਿ ਕੇ ਭਜਨ ਕੀਰਤਨ ਕਰਨਾ ਚਾਹੀਦਾ। ਭਗਵਾਨ ਤਾਂ ਕਣ ਕਣ ਵਿੱਚ ਵਿਆਪਤ ਹਨ, ਫਿਰ ਜਗ੍ਹਾ ਜਗ੍ਹਾ ਉਹਨਾਂ ਨੂੰ ਲੱਭਣ ਜਾਣੇ ਦਾ ਕਿਆ ਮਤਲਬ। ਸਿਮਰਨ ਜੀ ਸਮਝ ਨਹੀਂ ਰਹੀ ਸੀ ਕਿ ਉਹਨਾਂ ਦੇ ਪੁੱਤ ਨੇ ਇਸ ਤਰ੍ਹਾਂ ਦਾ ਜਵਾਬ ਉਹਨਾਂ ਨੂੰ ਕਿਵੇਂ ਦੇ ਦਿੱਤਾ ਅਤੇ ਸੋਚਣ ਲੱਗੀ ਕਿ ਇਹੀ ਮੁਕੇਸ਼ ਹੁੰਦਾ ਸੀ ਜੋ ਆਏ ਦਿਨ ਕੁਝ ਨਾ ਕੁਝ ਬਹਾਨਾ ਕਰਕੇ ਉਹਨਾਂ ਤੋਂ ਪੈਸੇ ਮੰਗਦਾ ਰਹਿੰਦਾ ਸੀ। ਪਰ ਸਭ ਕੁਝ ਜਾਣਦੇ ਸਮਝਦੇ ਹੋਏ ਵੀ ਉਹਨਾਂ ਨੇ ਕਦੀ ਕੋਈ ਰੋਕ ਟੋਕ ਆਪਣੇ ਪੁੱਤਾਂ ਪਰ ਨਹੀਂ ਲਗਾਈ ਸੀ ਅਤੇ ਅੱਜ ਜਦ ਉਹਨਾਂ ਨੇ ਉਸ ਤੋਂ ਕੁਝ ਪੈਸੇ ਮੰਗਣੇ ਚਾਹੇ ਤਾਂ ਉਹ ਬਿਨਾਂ ਮਤਲਬ ਦੇ ਬਹਾਨੇ ਬਣਾ ਰਿਹਾ ਸੀ। ਮੁਕੇਸ਼ ਦੀ ਗੱਲ ਦਾ ਸਿਮਰਨ ਜੀ ਨੇ ਕੋਈ ਜਵਾਬ ਨਹੀਂ ਦਿੱਤਾ ਸੀ ਅਤੇ ਚੁੱਪ ਕਰਕੇ ਉੱਥੇ ਤੋਂ ਚਲੀ ਗਈ। ਅਗਲੇ ਦਿਨ ਜਦ ਸਿਮਰਨ ਜੀ ਮੰਦਿਰ ਗਈ ਤਾਂ ਉਹਨਾਂ ਦੀ ਸਹੇਲੀ ਸੁਸ਼ਮਾ ਵੀ ਮੰਦਿਰ ਆਈ ਹੋਈ ਸੀ। ਸਿਮਰਨ ਜੀ ਨੂੰ ਦੇਖ ਕੇ ਬੋਲੀ, ਅਰੇ ਸਿਮਰਨ, ਤੂੰ ਚੱਲ ਰਹੀ ਹੈ ਨਾ ਅਸੀਂ ਸਭ ਦੇ ਨਾਲ ਵਰਿੰਦਾਵਨ ਦੀ ਯਾਤਰਾ ਪਰ। ਇਸ ਪਰ ਸਿਮਰਨ ਜੀ ਥੋੜ੍ਹਾ ਸ਼ੱਕ ਪਕਾ ਗਈ ਅਤੇ ਫਿਰ ਆਪਣੀ ਉਦਾਸੀ ਨੂੰ ਲੁਕਾਉਂਦੇ ਹੋਏ ਇੱਕ ਫਿੱਕੀ ਜਿਹੀ ਮੁਸਕਾਨ ਦੇ ਨਾਲ ਕਹਿਣ ਲੱਗੀ, ਅਰੇ ਨਹੀਂ ਸੁਸ਼ਮਾ, ਇਸ ਵਾਰ ਕੁਝ ਜ਼ਰੂਰੀ ਕੰਮ ਆ ਗਿਆ ਹੈ ਅਤੇ ਫਿਰ ਪੁੱਤ ਨੂੰ ਦਾ ਵੀ ਕਿਤੇ ਘੁੰਮਣ ਜਾਣ ਦਾ ਪ੍ਰੋਗਰਾਮ ਹੈ ਤਾਂ ਮੈਂ ਨਹੀਂ ਜਾ ਪਾਊਂਗੀ। ਅਗਲੀ ਵਾਰ ਪੱਕਾ ਚੱਲੂੰਗੀ। ਅਰੇ ਸਿਮਰਨ, ਤੇਰਾ ਤਾਂ ਹਰ ਵਾਰ ਦਾ ਕੋਈ ਨਾ ਕੋਈ ਬਹਾਨਾ ਰਹਿੰਦਾ ਹੀ ਹੈ। ਕਦੀ ਨੂੰਹ ਪੁੱਤ ਨੇ ਕਿਤੇ ਜਾਣਾ ਹੈ ਤਾਂ ਕਦੀ ਮਹਿਮਾਨਾਂ ਨੇ ਆਉਣਾ ਹੈ। ਸਾਫ਼-ਸਾਫ਼ ਕਿਉਂ ਨਹੀਂ ਦੱਸ ਦਿੰਦੀ ਕਿ ਸਾਡੇ ਨਾਲ ਘੁੰਮਣਾ ਤੈਨੂੰ ਪਸੰਦ ਨਹੀਂ ਹੈ। ਆਪਣੀ ਸਹੇਲੀ ਦੀ ਇਹ ਗੱਲ ਸੁਣ ਕੇ ਸਿਮਰਨ ਜੀ ਉਦਾਸ ਹੋ ਗਈ ਅਤੇ ਆਪਣੀ ਮਜਬੂਰੀ ਕਹਿ ਸੁਣਾਈ। ਸਾਰੀ ਸਹੇਲੀਆਂ ਸੋਚਦੀਆਂ ਹਨ ਕਿ ਮੈਂ ਬਹਾਨੇ ਮਾਰਦੀ ਹਾਂ, ਸਭ ਦੇ ਨਾਲ ਜਾਣਾ ਨਹੀਂ ਚਾਹੁੰਦੀ। ਹੁਣ ਉਹਨਾਂ ਨੂੰ ਕੌਣ ਸਮਝਾਏ ਕਿ ਮੇਰਾ ਵੀ ਮਨ ਹੈ, ਮੇਰੀ ਵੀ ਇੱਛਾਵਾਂ ਹਨ। ਹੁਣ ਤਾਂ ਮੈਂ ਇਹ ਸੋਚਦੀ ਹਾਂ ਕਿ ਕਿਆ ਇਸ ਜਨਮ ਵਿੱਚ ਮੇਰੀ ਇਹ ਖਵਾਇਸ਼ ਪੂਰੀ ਹੋ ਵੀ ਪਾਏਗੀ ਜਾਂ ਨਹੀਂ। ਸੁਸ਼ਮਾ, ਤੂੰ ਬੜੀ ਖੁਸ਼ਨਸੀਬ ਹੈ ਜੋ ਤੇਰਾ ਪੁੱਤ ਤੈਨੂੰ ਤੀਰਥ ਯਾਤਰਾ ਦੇ ਲਈ ਪੈਸੇ ਦੇ ਦਿੰਦਾ ਹੈ। ਮੈਂ ਤਾਂ ਆਪਣੇ ਪੁੱਤਾਂ ਤੋਂ ਕਿਸੇ ਚੀਜ਼ ਦੇ ਲਈ ਪੈਸੇ ਮੰਗਾ ਤਾਂ ਉਲਟਾ ਮੈਨੂੰ ਹੀ ਦੋ ਗੱਲਾਂ ਸੁਣਾ ਦਿੰਦੇ ਹਨ। ਹੁਣ ਤਾਂ ਆਪਣੇ ਹੀ ਪੁੱਤਾਂ ਸਾਹਮਣੇ ਕੋਈ ਇੱਛਾ ਜ਼ਾਹਿਰ ਕਰਦੇ ਹੋਏ ਇਵੇਂ ਲੱਗਦਾ ਹੈ ਜਿਵੇਂ ਕੋਈ ਮੈਂ ਭੀਖ ਮੰਗ ਰਹੀ ਹਾਂ। ਸਿਮਰਨ, ਪੁੱਤ ਨੂੰ ਦੇ ਮਾਮਲੇ ਵਿੱਚ ਪਹਿਲਾਂ ਮੇਰਾ ਨਸੀਬ ਵੀ ਤੇਰੀ ਤਰ੍ਹਾਂ ਹੀ ਸੀ। ਪਹਿਲਾਂ ਮੈਨੂੰ ਵੀ ਛੋਟੇ-ਛੋਟੇ ਖਰਚਿਆਂ ਦੇ ਲਈ ਪੁੱਤ ਨੂੰ ਪਰ ਨਿਰਭਰ ਰਹਿਣਾ ਪੈਂਦਾ ਸੀ। ਪਰ ਫਿਰ ਮੈਨੂੰ ਲੱਗਣ ਲੱਗਾ ਕਿ ਜਦ ਤੱਕ ਮੈਂ ਆਪਣੀ ਜ਼ਿੰਮੇਦਾਰੀਆਂ ਨੂੰ ਉਠਾ ਸਕਦੀ ਹਾਂ, ਮੈਂ ਆਪਣੇ ਪੁੱਤ ਪਰ ਨਿਰਭਰ ਕਿਉਂ ਰਹਾਂ। ਆਪਣੀ ਖਵਾਇਸ਼ਾਂ ਦੇ ਲਈ ਉਹਨਾਂ ਤੋਂ ਭੀਖ ਕਿਉਂ ਮੰਗਾਂ। ਅਤੇ ਅੱਜ ਦੇਖੋ, ਮੈਂ ਆਪਣੀ ਮਰਜ਼ੀ ਦੀ ਮਾਲਿਕ ਹਾਂ। ਆਪਣੀ ਸਹੇਲੀ ਦੀ ਗੱਲ ਸੁਣ ਕੇ ਸਿਮਰਨ ਜੀ ਬੋਲੀ, ਪਰ ਤੂੰ ਕਿਤੇ ਨੌਕਰੀ ਤਾਂ ਨਹੀਂ ਕਰਦੀ ਹੈ। ਇਸ ਪਰ ਸੁਸ਼ਮਾ ਨੇ ਹੱਸਦੇ ਹੋਏ ਕਿਹਾ,
ਅਰੇ ਨਹੀਂ, ਮੇਰਾ ਖਾਣਾ ਬਣਾਉਣੇ ਦਾ ਸ਼ੌਂਕ ਹੀ ਮੇਰੇ ਲਈ ਵਰਦਾਨ ਸਾਬਿਤ ਹੋਇਆ ਹੈ। ਮੈਂ ਤਾਂ ਸਿਰਫ ਹੁਨਰ ਨੂੰ ਪਹਿਚਾਣ ਦਿੱਤੀ ਹੈ। ਜਦ ਮੈਂ ਮੋਬਾਈਲ ਪਰ YouTube ਚਲਾਉਣਾ ਸਿੱਖਿਆ ਤਾਂ ਮੈਂ ਦੇਖਿਆ ਕਿ ਮੇਰੇ ਜੈਸੀ ਕਿੰਨੀ ਹੀ ਬਜ਼ੁਰਗ ਔਰਤਾਂ ਅੱਜ ਆਪਣਾ YouTube ਚੈਨਲ ਚਲਾ ਰਹੀ ਹਨ ਅਤੇ ਆਪਣੇ ਪੈਰਾਂ ਪਰ ਖੜੀ ਹਨ। ਮੈਨੂੰ ਉਹਨਾਂ ਤੋਂ ਬਹੁਤ ਪ੍ਰੇਰਨਾ ਮਿਲੀ ਅਤੇ ਮੈਂ ਵੀ ਆਪਣੇ ਪੋਤੇ ਦੀ ਮਦਦ ਨਾਲ ਇੱਕ YouTube ਚੈਨਲ ਖੋਲ੍ਹਿਆ ਅਤੇ ਅੱਜ ਮੈਂ ਆਤਮ ਨਿਰਭਰ ਹਾਂ। ਗੱਲ ਕਰਦੇ ਕਰਦੇ ਸੁਸ਼ਮਾ ਨੇ ਕਿਹਾ, ਚੰਗਾ ਹੁਣ ਮੈਂ ਚੱਲਦੀ ਹਾਂ, ਬਹੁਤ ਦੇਰ ਹੋ ਗਈ ਹੈ, ਸ਼ਾਮ ਨੂੰ ਪਾਰਕ ਵਿੱਚ ਮਿਲਦੇ ਹਾਂ। ਸੁਸ਼ਮਾ ਦੀ ਗੱਲਾਂ ਸੁਣ ਕੇ ਸਿਮਰਨਜੀਤ ਹੈਰਾਨ ਰਹਿ ਗਈ ਅਤੇ ਘਰ ਆਉਣ ਦੇ ਬਾਅਦ ਸੋਚਣ ਲੱਗੀ, ਮੈਂ ਵੀ ਤਾਂ ਦਿਨ ਭਰ ਖਾਲੀ ਬੈਠੀ ਰਹਿੰਦੀ ਹਾਂ, ਕੁਝ ਕਰਨਾ ਤਾਂ ਮੈਂ ਵੀ ਚਾਹੁੰਦੀ ਹਾਂ ਜਿਸ ਨਾਲ ਇਸ ਉਮਰ ਵਿੱਚ ਵਿਅਸਤ ਵੀ ਰਹਾਂ ਅਤੇ ਆਤਮ ਨਿਰਭਰ ਵੀ। ਪਰ ਮੈਂ ਜਾਣਦੀ ਹਾਂ ਕਿ ਇਸ ਕੰਮ ਵਿੱਚ ਨਾ ਤਾਂ ਮੇਰੇ ਪੁੱਤ ਮੇਰਾ ਸਾਥ ਦੇਣਗੇ ਅਤੇ ਨਾ ਹੀ ਨੂੰਹਾਂ, ਅਤੇ ਵੱਡੀ ਨੂੰਹ ਤਾਂ ਮੇਰੇ ਪੋਤਾ ਪੋਤੀ ਨੂੰ ਵੀ ਮੇਰੇ ਕੋਲ ਤੱਕ ਨਹੀਂ ਆਉਣ ਦਿੰਦੀ। ਫਿਰ ਕੁਝ ਦੇਰ ਸੋਚ ਕੇ ਅਚਾਨਕ ਉਹਨਾਂ ਦੇ ਮਨ ਵਿੱਚ ਕੁਝ ਖਿਆਲ ਆਇਆ ਅਤੇ ਉਹਨਾਂ ਦੀ ਅੱਖਾਂ ਵਿੱਚ ਚਮਕ ਅਤੇ ਬੁੱਲ੍ਹਾਂ ਪਰ ਮੁਸਕਾਨ ਆ ਗਈ। ਉਸੀ ਸਮੇਂ ਆਪਣੀ ਸਹੇਲੀ ਸੁਸ਼ਮਾ ਨੂੰ ਫ਼ੋਨ ਲਗਾਇਆ ਅਤੇ ਥੋੜ੍ਹੀ ਹੀ ਦੇਰ ਵਿੱਚ ਉਸ ਨਾਲ ਮਿਲਣ ਪਹੁੰਚ ਗਈ। ਸੁਸ਼ਮਾ ਸਾਲਾਂ ਪਹਿਲਾਂ ਮੈਂ ਸਿਲਾਈਆਂ ਬਣਾਉਣੇ ਦਾ ਕੰਮ ਕਰਿਆ ਕਰਦੀ ਸੀ, ਜਿਸ ਨਾਲ ਕੁਝ ਪੈਸੇ ਵੀ ਕਮਾ ਲੈਂਦੀ ਸੀ। ਪਰ ਪੁੱਤਾਂ ਦੇ ਮਨ੍ਹਾ ਕਰਨੇ ਪਰ ਮੈਂ ਉਹ ਕੰਮ ਕਰਨਾ ਛੱਡ ਦਿੱਤਾ ਸੀ। ਤੈਨੂੰ ਦੇਖ ਕੇ ਮੈਨੂੰ ਵੀ ਪ੍ਰੇਰਨਾ ਮਿਲੀ ਹੈ। ਮੈਂ ਵੀ ਆਪਣਾ ਇੱਕ YouTube ਚੈਨਲ ਖੋਲ੍ਹਣਾ ਚਾਹੁੰਦੀ ਹਾਂ, ਜਿਸ ਵਿੱਚ ਮੈਂ ਸਿਲਾਈਆਂ ਬੁਣਨਾ, ਸਵੈਟਰ ਦੇ ਨਵੇਂ-ਨਵੇਂ ਡਿਜ਼ਾਈਨ ਬਣਾਉਣਾ ਅਤੇ ਕਰੋਸ਼ੀਆ ਚਲਾਉਣਾ ਸਿਖਾਉਣਾ ਚਾਹੁੰਦੀ ਹਾਂ। ਪਰ ਮੇਰੇ ਕੋਲ ਇਸ ਨਾਲ ਸੰਬੰਧਿਤ ਗਿਆਨ ਅਤੇ ਉਪਕਰਨਾਂ ਨਹੀਂ ਹੈ। ਕਿਆ ਤੂੰ ਮੇਰੀ ਇਸ ਕੰਮ ਵਿੱਚ ਮਦਦ ਕਰੇਂਗੀ? ਸਿਮਰਨਜੀਤ ਦੀ ਗੱਲਾਂ ਸੁਣ ਕੇ ਸੁਸ਼ਮਾ ਜੀ ਮੁਸਕਰਾਉਂਦੇ ਹੋਏ ਕਹਿਣ ਲੱਗੀ, ਅਰੇ ਇਸ ਵਿੱਚ ਪੁੱਛਣ ਵਾਲੀ ਕਿਆ ਗੱਲ ਹੈ? ਇਹ ਕੰਮ ਤਾਂ ਤੂੰ ਅੱਜ ਤੋਂ ਹੀ, ਬਲਕਿ ਮੈਂ ਤਾਂ ਕਹਿੰਦੀ ਹਾਂ ਹੁਣੇ ਤੋਂ ਹੀ ਸ਼ੁਰੂ ਕਰ ਸਕਦੀ ਹੈ। ਮੇਰੇ ਕੋਲ ਚੰਗੀ ਕੁਆਲਿਟੀ ਦੇ ਮੋਬਾਈਲ ਤੋਂ ਲੈ ਕੇ ਰਿੰਗ ਲਾਈਟ ਤੱਕ ਸਾਰੇ ਉਪਕਰਨ ਉਪਲਬਧ ਹਨ। ਤੇਰਾ ਚੈਨਲ ਖੋਲ੍ਹਣੇ ਤੋਂ ਲੈ ਕੇ ਵੀਡੀਓ ਅਪਲੋਡ ਕਰਨੇ ਤੱਕ ਸਾਰੇ ਕੰਮਾਂ ਵਿੱਚ ਮੈਂ ਤੇਰੀ ਮਦਦ ਕਰੂੰਗੀ। ਬਸ ਫਿਰ ਕਿਹਾ ਸੀ। ਸਿਮਰਨਜੀਤ ਅਗਲੇ ਦਿਨ ਸਵੇਰੇ ਆਪਣੀ ਸਹੇਲੀ ਦੇ ਕੋਲ ਪਹੁੰਚ ਗਈ। ਥੋੜ੍ਹੀ ਦੇਰ ਵਿੱਚ ਹੀ ਸੁਸ਼ਮਾ ਜੀ ਨੇ YouTube ਚੈਨਲ ਬਣਾ ਦਿੱਤਾ ਅਤੇ ਫਿਰ ਵੀਡੀਓ ਬਣਾਉਣੇ ਦੀ ਤਿਆਰੀ ਕਰਨ ਲੱਗੀ। ਸ਼ੁਰੂਆਤ ਵਿੱਚ ਕੈਮਰੇ ਦੇ ਸਾਹਮਣੇ ਆਉਣੇ ਵਿੱਚ ਉਹਨਾਂ ਨੂੰ ਕੁਝ ਝਿਜਕ ਹੋ ਰਹੀ ਸੀ। ਖੈਰ, ਜਿਵੇਂ ਤਿਵੇਂ ਵੀਡੀਓ ਬਣਾਈ ਅਤੇ YouTube ਪਰ ਪਾਈ ਗਈ, ਪਰ ਉਹਨਾਂ ਦਾ ਦਿਲ ਟੁੱਟ ਗਿਆ ਜਦ ਵੀਡੀਓ ਨੂੰ ਸਿਰਫ 15-20 ਲੋਕਾਂ ਨੇ ਹੀ ਦੇਖਿਆ। ਉਹ ਹਰ ਰੋਜ਼ ਸੁਸ਼ਮਾ ਦੇ ਕੋਲ ਆਉਂਦੀ, ਵੀਡੀਓ ਵੀ ਬਣਾਉਂਦੀ, ਪਰੰਤੂ ਬਹੁਤ ਘੱਟ ਲੋਕ ਹੀ ਉਹਨਾਂ ਦੀ ਵੀਡੀਓ ਨੂੰ ਦੇਖ ਰਹੇ ਸੀ। ਮਿਹਨਤ ਕਰਨ ਦੇ ਬਾਵਜੂਦ ਉਹਨਾਂ ਨੂੰ ਕੋਈ ਰਿਸਪੌਂਸ ਨਹੀਂ ਮਿਲ ਰਿਹਾ ਸੀ। ਆਖਿਰਕਾਰ ਉਹ ਹਿੰਮਤ ਹਾਰ ਕੇ ਘਰ ਬੈਠ ਗਈ। ਜਿਵੇਂ ਤਿਵੇਂ ਉਹਨਾਂ ਨੇ ਆਪਣੀ ਨੀਅਤੀ ਨੂੰ ਸਵੀਕਾਰ ਕਰ ਲਿਆ। ਪਰ ਉਸਦੇ ਕਰੀਬ ਇੱਕ ਹਫ਼ਤੇ ਬਾਅਦ ਸੁਸ਼ਮਾ ਜੀ ਦਾ ਫ਼ੋਨ ਆਇਆ ਅਤੇ ਉਹਨਾਂ ਨੇ ਫ਼ੋਨ ਪਰ ਜੋ ਗੱਲ ਦੱਸੀ, ਉਹ ਸੁਣ ਕੇ ਸਿਮਰਨਜੀਤ ਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ। ਸੁਸ਼ਮਾ ਨੇ ਉਹਨਾਂ ਨੂੰ ਦੱਸਿਆ ਕਿ ਸਿਮਰਨਜੀਤ ਦੀ ਇੱਕ ਵੀਡੀਓ ਵਾਇਰਲ ਹੋ ਚੁੱਕੀ ਹੈ, ਜਿਸ ਨੂੰ 25 ਲੱਖ ਤੋਂ ਵੀ ਜ਼ਿਆਦਾ ਲੋਕ ਹੁਣ ਤੱਕ ਦੇਖ ਚੁੱਕੇ ਹਨ। ਅੱਜ ਸਿਮਰਨਜੀਤ ਨੂੰ ਆਪਣੇ ਆਪ ਵਿੱਚ ਇੱਕ ਨਵੀਂ ਊਰਜਾ ਦਾ ਅਨੁਭਵ ਕਰ ਰਹੀ। ਹੁਣ ਉਹਨਾਂ ਦਾ ਆਤਮ ਵਿਸ਼ਵਾਸ ਵਧਣ ਲੱਗਾ ਅਤੇ ਉਹਨਾਂ ਨੇ ਫਿਰ ਤੋਂ ਵੀਡੀਓ ਬਣਾਉਣੀ ਸ਼ੁਰੂ ਕੀਤੀ ਅਤੇ ਫਿਰ ਤਾਂ ਇੱਕ ਤੋਂ ਬਾਅਦ ਇੱਕ ਵੀਡੀਓ ਵਾਇਰਲ ਹੁੰਦੀ ਚਲੀ ਗਈ। ਹੁਣ ਉਹਨਾਂ ਨੂੰ ਆਪਣਾ ਸ਼ੌਂਕ ਪੂਰਾ ਕਰਨੇ ਦਾ ਵੀ ਮੌਕਾ ਮਿਲ ਰਿਹਾ ਸੀ ਅਤੇ ਆਪਣੇ ਹੁਨਰ ਨੂੰ ਪਹਿਚਾਣ ਦੇਣੇ ਦਾ ਵੀ। 2 ਮਹੀਨੇ ਦੇ ਅੰਦਰ ਹੀ ਉਹਨਾਂ ਦੇ
ਕੋਲ ਉਹਨਾਂ ਦੀ ਪਹਿਲੀ ਪੇਮੈਂਟ ਆ ਗਈ। ਹੁਣ ਤੱਕ ਤਾਂ ਉਹ ਵੀਡੀਓ ਬਣਾਉਣੇ ਤੋਂ ਲੈ ਕੇ ਐਡਿਟ ਕਰਨੇ ਤੱਕ ਦੇ ਸਾਰੇ ਕੰਮ ਖੁਦ ਕਰਨ ਲੱਗੀ ਸੀ। ਪਹਿਲੀ ਪੇਮੈਂਟ ਆਉਂਦੇ ਹੀ ਸਭ ਤੋਂ ਪਹਿਲਾਂ ਉਹਨਾਂ ਨੇ ਆਪਣੇ ਲਈ ਵਧੀਆ ਕੈਮਰੇ ਵਾਲਾ ਚੰਗਾ ਮੋਬਾਈਲ ਅਤੇ ਕੁਝ ਜ਼ਰੂਰੀ ਉਪਕਰਨ ਖਰੀਦੇ। ਜਦ ਇਹ ਸਮਾਨ ਲੈ ਕੇ ਉਹ ਆਪਣੇ ਘਰ ਪਹੁੰਚੀ ਅਤੇ ਕਮਰੇ ਵਿੱਚ ਰੱਖਣ ਲੱਗੀ ਤਾਂ ਉਹਨਾਂ ਦੀ ਵੱਡੀ ਨੂੰਹ ਜੋਤੀ ਹੈਰਾਨੀ ਭਰੀ ਨਜ਼ਰਾਂ ਨਾਲ ਕਦੀ ਉਹਨਾਂ ਨੂੰ ਤਾਂ ਕਦੀ ਉਹਨਾਂ ਦੇ ਸਮਾਨ ਨੂੰ ਦੇਖ ਰਹੀ ਸੀ। ਪਰ ਸਿਮਰਨ ਜੀ ਆਪਣੀ ਨੂੰਹ ਦੀ ਪਰਵਾਹ ਨਾ ਕਰਦੇ ਹੋਏ ਵੀਡੀਓ ਬਣਾਉਣੇ ਦੀ ਤਿਆਰੀ ਕਰਨ ਲੱਗੀ। ਪਰ ਉਹਨਾਂ ਦੀ ਨੂੰਹ ਨੂੰ ਸਾਰਾ ਮਾਮਲਾ ਸਮਝਦੇ ਦੇਰ ਨਾ ਲੱਗੀ ਅਤੇ ਉੱਚੀ ਆਵਾਜ਼ ਵਿੱਚ ਚੀਕਣ ਲੱਗੀ, "ਅੱਛਾ ਤਾਂ ਰੋਜ਼ ਸਵੇਰੇ ਸ਼ਾਮ ਇਹ ਗੁੱਲ ਖਿਲਾਣੇ ਜਾਂਦੀ ਸੀ ਤੁਸੀਂ। ਇਹ ਸਭ ਕੁਝ ਕਰਨੇ ਤੋਂ ਪਹਿਲਾਂ ਤੁਸੀਂ ਸਾਡੇ ਤੋਂ ਇੱਕ ਵਾਰ ਪੁੱਛਣਾ ਜ਼ਰੂਰੀ ਨਾ ਸਮਝਿਆ?" ਵੱਡੀ ਨੂੰਹ ਦੀ ਗੱਲਾਂ ਸੁਣ ਕੇ ਸਿਮਰਨ ਜੀ ਨੂੰ ਗੁੱਸਾ ਤਾਂ ਬਹੁਤ ਆਇਆ, ਪਰ ਫਿਰ ਉਹਨਾਂ ਸਭ ਗੱਲਾਂ ਨੂੰ ਨਜ਼ਰਅੰਦਾਜ਼ ਕਰਕੇ ਆਪਣੇ ਕਮਰੇ ਦਾ ਦਰਵਾਜ਼ਾ ਬੰਦ ਕੀਤਾ ਅਤੇ ਵੀਡੀਓ ਬਣਾਉਣ ਲੱਗੀ। ਦੂਜੇ ਪਾਸੇ ਛੋਟੀ ਨੂੰਹ ਜਦ ਕਿੱਟੀ ਪਾਰਟੀ ਵਿੱਚ ਗਈ ਤਾਂ ਉਸਦੀ ਸਹੇਲੀਆਂ ਉਸ ਨੂੰ ਕਹਿਣ ਲੱਗੀ, "ਅਰੇ ਸਵਾਤੀ, ਤੇਰੀ ਸੱਸ ਨੇ ਤਾਂ YouTube ਪਰ ਬਹੁਤ ਧਮਾਲ ਮਚਾ ਰਹੀ ਹੈ।" ਇਹ ਸੁਣ ਕੇ ਸਵਾਤੀ ਕੁਝ ਹੈਰਾਨ ਜਿਹੀ ਰਹਿ ਗਈ, ਪਰ ਜਦ ਉਹਨਾਂ ਨੇ ਸਿਮਰਨ ਜੀ ਦੀ ਵੀਡੀਓ ਉਸਨੂੰ ਦਿਖਾਈ ਤਾਂ ਉਸਦੇ ਪੈਰਾਂ ਥੱਲੋਂ ਜ਼ਮੀਨ ਖਿਸਕ ਗਈ ਅਤੇ ਘਰ ਆਉਂਦੇ ਹੀ ਆਪਣੇ ਪਤੀ ਦੇ ਕੰਨ ਭਰ ਦਿੱਤੇ। ਅੱਜ ਸਿਮਰਨ ਜੀ ਬਹੁਤ ਖੁਸ਼ ਸੀ ਕਿਉਂਕਿ ਅੱਜ ਉਹਨਾਂ ਨੇ ਪਹਿਲੀ ਵਾਰ ਇਕੱਲੇ ਵੀਡੀਓ ਬਣਾਈ ਸੀ। ਪਰ ਵੀਡੀਓ ਦਾ ਕੰਮ ਨਿਪਟਾਣੇ ਦੇ ਬਾਅਦ ਜਿਵੇਂ ਹੀ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਉਹਨਾਂ ਦੇ ਦੋਵੇਂ ਪੁੱਤ ਅਤੇ ਨੂੰਹਾਂ ਉਹਨਾਂ ਦੀ ਕਲਾਸ ਲੈਣੇ ਨੂੰ ਤਿਆਰ ਖੜ੍ਹੇ ਸੀ ਅਤੇ ਉਹਨਾਂ ਨੂੰ ਦੇਖਦੇ ਹੀ ਉਹਨਾਂ ਪਰ ਬਰਸ ਪਏ। "ਮਾਂ, ਇਹ ਕੀ ਤਮਾਸ਼ਾ ਲਗਾ ਰੱਖਿਆ ਹੈ ਤੁਸੀਂ? ਕਿਆ ਅਸੀਂ ਕੋਈ ਕਮੀ ਛੱਡੀ ਸੀ? ਕਿਆ ਤੁਹਾਡੀ ਨੂੰਹ ਖਾਣਾ ਨਹੀਂ ਦਿੰਦੀ ਸੀ? ਇਸ ਉਮਰ ਵਿੱਚ ਤਾਂ ਤੁਹਾਨੂੰ ਘਰ ਬੈਠ ਕੇ ਭਜਨ ਸਿਮਰਨ ਕਰਨਾ ਚਾਹੀਦਾ ਅਤੇ ਹੁਣ ਤੁਸੀਂ ਇਹ ਸਭ ਕਰਨ ਚੱਲੀ ਹੋ?" ਆਪਣੇ ਛੋਟੇ ਪੁੱਤ ਦੀ ਗੱਲ ਸੁਣ ਕੇ ਸਿਮਰਨ ਜੀ ਕਹਿਣ ਲੱਗੀ, "ਕੀ ਪੁੱਤ, ਇਹ ਸਭ ਕੰਮ ਮੈਂ ਆਪਣੇ ਸ਼ੌਂਕ ਨਾਲ ਕਰ ਰਹੀ ਹਾਂ। ਤੂੰ ਤਾਂ ਜਾਣਦਾ ਹੀ ਹੈ ਕਿ ਸਿਲਾਈਆਂ ਬੁਣਨਾ ਮੇਰਾ ਸਾਲਾਂ ਪੁਰਾਣਾ ਸ਼ੌਂਕ ਸੀ ਅਤੇ ਜਦ ਮੈਨੂੰ ਇਸ ਸ਼ੌਂਕ ਨੂੰ ਪਹਿਚਾਣ ਦੇਣੇ ਦਾ ਮੌਕਾ ਮਿਲ ਰਿਹਾ ਹੈ ਤਾਂ ਇਸ ਵਿੱਚ ਗਲਤ ਹੀ ਕਿਆ ਹੈ?" ਸਿਮਰਨ ਜੀ ਦੀ ਗੱਲ ਸੁਣ ਕੇ ਵੱਡੀ ਨੂੰਹ ਕਹਿਣ ਲੱਗੀ, "ਮੈਨੂੰ ਤਾਂ ਸਮਝ ਨਹੀਂ ਆਉਂਦਾ ਕਿ ਪਿਤਾ ਜੀ ਦੇ ਜਾਣੇ ਦੇ ਬਾਅਦ ਹੁਣ ਤੁਸੀਂ ਇਹ ਤਮਾਸ਼ਾ ਕਿਉਂ ਕਰਨ ਚੱਲੀ ਹੋ? ਪੂਰੇ ਮੁਹੱਲੇ ਵਿੱਚ ਨੱਕ ਕਟਵਾ ਕੇ ਰੱਖ ਦਿੱਤੀ ਤੁਸੀਂ ਸਾਡੀ।" ਵੱਡੀ ਨੂੰਹ ਦੀ ਇਹ ਕਹਿਣੇ ਦੀ ਦੇਰ ਸੀ ਕਿ ਸਿਮਰਨ ਜੀ ਦੇ ਵੱਡੇ ਪੁੱਤ ਨੇ ਉਹਨਾਂ ਨੂੰ ਫਰਮਾਨ ਸੁਣਾ ਦਿੱਤਾ ਕਿ ਮਾਂ, ਜੇਕਰ ਇਹ ਸਭ ਤਮਾਸ਼ਾ ਕਰਨਾ ਹੈ ਤਾਂ ਕਿਤੇ ਹੋਰ ਜਾ ਕੇ ਕਰੋ। ਸਾਡੇ ਘਰ ਵਿੱਚ ਰਹਿੰਦੇ ਹੋਏ ਇਹ ਸਭ ਕਰਨੇ ਦੀ ਕੋਈ ਜ਼ਰੂਰਤ ਨਹੀਂ ਹੈ। ਸਿਮਰਨ ਜੀ ਜੋ ਕਾਫੀ ਦੇਰ ਤੋਂ ਆਪਣੇ ਪੁੱਤਾਂ ਅਤੇ ਨੂੰਹਾਂ ਦੀ ਗੱਲਾਂ ਸੁਣਦੀ ਜਾ ਰਹੀ ਸੀ, ਇਹ ਦੇਖ ਕੇ ਹੈਰਾਨ ਸੀ ਕਿ ਜਿਨ੍ਹਾਂ ਨੂੰਹਾਂ ਦੀ ਆਪਸ ਵਿੱਚ ਕਦੀ ਬਣਦੀ ਹੀ ਨਹੀਂ ਸੀ, ਜੋ ਇੱਕ ਦੂਸਰੇ ਦਾ ਚਿਹਰਾ ਦੇਖਣੇ ਨੂੰ ਵੀ ਤਿਆਰ ਨਹੀਂ ਸੀ, ਅੱਜ ਆਪਣੀ ਸੱਸ ਦੇ ਖਿਲਾਫ ਇਕਜੁੱਟ ਹੋ ਕੇ ਖੜੀ ਸੀ। ਪਰ ਆਪਣੇ ਪੁੱਤਾਂ ਦੀ ਗੱਲਾਂ ਸੁਣ ਕੇ ਸਿਮਰਨ ਜੀ ਦੇ ਸਬਰ ਦਾ ਬੰਨ੍ਹ ਟੁੱਟ ਗਿਆ ਅਤੇ ਫਿਰ ਉਹਨਾਂ ਨੇ ਚੁੱਪ ਰਹਿਣਾ ਉਚਿਤ ਨਹੀਂ ਸਮਝਿਆ ਅਤੇ ਰੋਅਬ ਭਰੀ ਉੱਚੀ ਆਵਾਜ਼ ਵਿੱਚ ਬੋਲੀ, "ਬਸ, ਬਹੁਤ ਹੋ ਗਿਆ। ਬਹੁਤ ਬੋਲ ਲਿੱਤਾ ਤੁਸੀਂ ਅਤੇ ਬਹੁਤ ਸੁਣ ਲਿੱਤਾ ਮੈਂ। ਆਪਣੇ ਪੁੱਤਾਂ ਨੂੰ ਪਾਲ ਪੋਸ ਕੇ ਵੱਡਾ ਕਰਦੇ ਸਮੇਂ ਇੱਕ ਪਲ ਵੀ ਮੈਨੂੰ ਇਹ ਖਿਆਲ ਨਹੀਂ ਆਇਆ ਸੀ ਕਿ ਇਹ ਪੁੱਤ ਅੱਗੇ ਚੱਲ ਕੇ ਮੇਰੀ ਇਹ ਦੁਰਗਤੀ ਕਰ ਦੇਣਗੇ। ਤੁਹਾਡੇ ਪਿਤਾ ਜੀ ਕਿਹਾ ਗਏ, ਤੁਸੀਂ ਤਾਂ ਆਪਣੀ ਮਾਂ ਨੂੰ ਮਾਂ ਨਾ ਸਮਝ ਕੇ ਫੁੱਟਬਾਲ ਸਮਝਣਾ ਸ਼ੁਰੂ ਕਰ ਦਿੱਤਾ, ਜਿਸ ਨੂੰ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਹੀ ਕਿੱਕ ਮਾਰ ਕੇ ਆਪਣੇ ਘਰ ਤੋਂ ਨਿਕਾਲ ਦਿੱਤਾ ਜਾਂਦਾ ਸੀ। 2 ਵਕਤ ਦੀ ਰੋਟੀ ਵੀ
ਇਵੇਂ ਤਰਸਾ ਕੇ ਦਿੱਤੀ ਜਾਂਦੀ ਹੈ ਕਿ ਜਿਵੇਂ ਕਿਸੇ ਭਿਖਾਰੀ ਨੂੰ ਭੀਖ ਦਿੱਤੀ ਜਾ ਰਹੀ ਹੋਵੇ। ਆਪਣੇ ਪੁੱਤਾਂ ਨੂੰ ਦੇਖਦੇ ਹੋਏ ਸਿਮਰਨਜੀਤ ਬੋਲੀ, ਤੁਸੀਂ ਪੁੱਛਦੇ ਹੋ ਕਿਆ ਕਮੀ ਰੱਖੀ ਹੈ ਤੁਸੀਂ? ਜਿਸ ਦੇ ਕੋਲ ਮੈਂ ਰਹਿੰਦੀ ਹਾਂ ਉੱਥੇ ਸਾਰੀ ਪੈਨਸ਼ਨ ਦਿੰਦੀ ਹਾਂ, ਪਰ ਇਹ ਤੀਰਥ ਯਾਤਰਾ ਪਰ ਜਾਣੇ ਦੇ ਲਈ ਤੁਹਾਡੇ ਤੋਂ ਕੁਝ ਪੈਸੇ ਕਿਆ ਮੰਗੇ? ਤੁਸੀਂ ਸਾਫ਼ ਇਨਕਾਰ ਕਰ ਦਿੱਤਾ ਅਤੇ ਉੱਪਰ ਤੋਂ 4 ਗੱਲਾਂ ਹੀ ਮੈਨੂੰ ਸੁਣਾ ਦਿੱਤੀ। ਵਾਹ ਪੁੱਤ, ਇਹ ਤਾਂ ਤੁਸੀਂ ਚੰਗਾ ਸਿਲਾ ਦਿੱਤਾ ਮੇਰੀ ਮਮਤਾ ਦਾ। ਚੰਗਾ ਹੋਇਆ ਤੁਹਾਡੇ ਪਿਤਾ ਜੀ ਇਸ ਦੁਨੀਆ ਵਿੱਚ ਨਹੀਂ ਹਨ ਤੁਹਾਡਾ ਇਹ ਰੂਪ ਦੇਖਣ ਦੇ ਲਈ। ਮੈਂ ਪੁੱਛਦੀ ਹਾਂ ਕਿ ਬੁੱਢੀ ਹੋ ਗਈ ਹਾਂ ਤਾਂ ਕਿਆ ਮੇਰੀ ਸਾਰੀ ਇੱਛਾਵਾਂ ਖਤਮ ਹੋ ਗਈਆਂ ਹਨ? ਕਿਆ ਮੇਰਾ ਦਿਲ ਨਹੀਂ ਕਰਦਾ ਬਾਹਰ ਨਿਕਲਣੇ ਨੂੰ? ਪਰ ਪੁੱਤ, ਜੇਕਰ ਦੇਖਿਆ ਜਾਏ ਤਾਂ ਕਸੂਰ ਮੇਰਾ ਹੀ ਹੈ। ਜਦ ਤੁਸੀਂ ਮਕਾਨ ਦੇ 2 ਹਿੱਸੇ ਕੀਤੇ ਸੀ, ਮੈਨੂੰ ਉਸ ਸਮੇਂ ਹੀ ਚੁੱਪ ਨਹੀਂ ਰਹਿਣਾ ਚਾਹੀਦਾ ਸੀ। ਇਸ ਪੂਰੇ ਮਕਾਨ ਦੇ 6 ਕਮਰੇ ਸੀ, ਜਿਸ ਨੂੰ ਤੁਸੀਂ 3-3 ਕਮਰਿਆਂ ਦੇ 2 ਹਿੱਸੇ ਕਰ ਦਿੱਤੇ। ਮੇਰੇ ਆਪਣੇ ਮਕਾਨ ਵਿੱਚ ਮੇਰੇ ਲਈ ਕੋਈ ਜਗ੍ਹਾ ਹੀ ਨਹੀਂ ਛੱਡੀ। ਪਰ ਅੱਜ ਮੈਂ ਇਸ ਗਲਤੀ ਨੂੰ ਸੁਧਾਰਨਾ ਚਾਹੁੰਦੀ ਹਾਂ। ਹੁਣ ਇਸ ਮਕਾਨ ਦੇ 3 ਹਿੱਸੇ ਹੋਣਗੇ। ਇਹ ਸੁਣ ਕੇ ਨੂੰਹਾਂ ਅਤੇ ਪੁੱਤਰਾਂ ਦੇ ਹੋਸ਼ ਉੱਡ ਗਏ। ਉਹਨਾਂ ਦਾ ਛੋਟਾ ਪੁੱਤ ਹੈਰਾਨੀ ਨਾਲ ਬੋਲਿਆ, ਮਾਂ ਕੁਝ ਸੋਚ ਸਮਝ ਕੇ ਤਾਂ ਬੋਲਿਆ ਕਰੋ, ਤੀਜੇ ਹਿੱਸੇ ਦਾ ਕਿਆ ਮਤਲਬ ਹੈ? ਸਿਮਰਨਜੀਤ ਬੋਲੀ, ਤੀਜਾ ਹਿੱਸਾ ਮੇਰਾ ਹੋਵੇਗਾ। ਹੁਣ ਤੋਂ ਮੈਨੂੰ 2 ਕਮਰੇ ਅਲੱਗ ਤੋਂ ਚਾਹੀਦੇ। ਇੱਕ ਕਮਰਾ ਮੇਰੇ ਰਹਿਣੇ ਦੇ ਲਈ ਅਤੇ ਦੂਜਾ ਕਮਰਾ ਵੀਡੀਓ ਬਣਾਉਣ ਦੇ ਲਈ। ਅਤੇ ਹਾਂ, ਹੁਣ ਤੋਂ ਮੈਨੂੰ ਰਸੋਈ ਵੀ ਅਲੱਗ ਚਾਹੀਦੀ, ਜਿੱਥੇ ਮੈਂ ਆਪਣੇ ਲਈ ਖਾਣਾ ਬਣਾਉਣ ਵਾਲੀ ਬਾਈ ਰੱਖੂੰਗੀ। ਤੁਸੀਂ ਲੋਕ ਮੈਨੂੰ ਇੱਕ ਦਿਨ ਵੀ ਉੱਪਰ ਨਹੀਂ ਰੱਖ ਸਕਦੇ। 1 ਤਰੀਕ ਹੋ ਜਾਵੇ ਤਾਂ ਤੁਹਾਡੇ ਤੋਂ ਅਗਲੇ ਦਿਨ ਦਾ ਨਾਸ਼ਤਾ ਤੱਕ ਨਹੀਂ ਦਿੱਤਾ ਜਾਂਦਾ। ਪਰ ਹੁਣ ਬਹੁਤ ਹੋਇਆ। ਹੁਣ ਇਹ ਮਾਂ 2 ਹਿੱਸਿਆਂ ਵਿੱਚ ਨਹੀਂ ਵੰਡ ਹੋਵੇਗੀ। ਹੁਣ ਮੈਂ ਆਤਮ ਨਿਰਭਰ ਹਾਂ ਅਤੇ ਆਪਣੀ ਜ਼ਿੰਮੇਵਾਰੀ ਖੁਦ ਉਠਾ ਸਕਦੀ ਹਾਂ। ਸਿਮਰਨਜੀਤ ਦੀ ਗੱਲਾਂ ਸੁਣ ਕੇ ਦੋਵੇਂ ਨੂੰਹਾਂ ਆਪਣੇ ਪਤੀ ਪਰ ਚੀਕਣ ਲੱਗੀ। ਇਸ ਮਕਾਨ ਦੇ 3 ਹਿੱਸੇ ਹਰਗਿਜ਼ ਨਹੀਂ ਹੋਣਗੇ। ਸਾਡੇ ਤੋਂ 2 ਕਮਰਿਆਂ ਵਿੱਚ ਗੁਜ਼ਾਰਾ ਨਹੀਂ ਹੋ ਪਾਵੇਗਾ। ਇਸ ਤੋਂ ਪਹਿਲਾਂ ਕਿ ਦੋਵੇਂ ਪੁੱਤ ਕੁਝ ਬੋਲਦੇ, ਸਿਮਰਨਜੀਤ ਨੇ ਕਿਹਾ, ਸ਼ੁਕਰ ਮਨਾਓ ਕਿ ਮੈਂ ਤੁਹਾਡੇ ਤੋਂ ਮਕਾਨ ਦਾ ਕਿਰਾਇਆ ਨਹੀਂ ਮੰਗ ਰਹੀ। ਜੇਕਰ ਮੇਰਾ ਫੈਸਲਾ ਮਨਜ਼ੂਰ ਹੈ ਤਾਂ ਠੀਕ ਹੈ, ਨਹੀਂ ਤਾਂ ਤੁਸੀਂ ਆਪਣਾ ਇੰਤਜ਼ਾਮ ਦੇਖ ਸਕਦੇ ਹੋ। ਅਤੇ ਹਾਂ, ਅੱਜ ਦੇ ਬਾਅਦ ਮੈਂ ਆਪਣੇ ਖਰਚੇ ਖੁਦ ਚੁੱਕਾਂਗੀ। ਹੁਣ ਤੋਂ ਮੈਨੂੰ ਆਪਣੀ ਜ਼ਿੰਦਗੀ ਵਿੱਚ ਕੋਈ ਦਖਲ-ਅੰਦਾਜ਼ੀ ਨਹੀਂ ਚਾਹੀਦੀ। ਸਿਮਰਨਜੀਤ ਦੀ ਗੱਲਾਂ ਸੁਣ ਕੇ ਦੋਵੇਂ ਪੁੱਤ ਅਤੇ ਨੂੰਹਾਂ ਆਪਣਾ ਮੂੰਹ ਲੈ ਕੇ ਸੁੰਨ ਖੜ੍ਹੇ ਰਹਿ ਗਏ। ਉਹ ਸਭ ਦੰਗ ਸੀ ਕਿ ਆਖਿਰ ਉਹਨਾਂ ਦੀ ਮਾਂ ਵਿੱਚ ਇੰਨਾ ਆਤਮ ਵਿਸ਼ਵਾਸ ਆਇਆ ਕਿਵੇਂ। ਪਰੰਤੂ ਹੁਣ ਨਾ ਤਾਂ ਉਹਨਾਂ ਦੇ ਕੋਲ ਸਵਾਲ ਕਰਨ ਦਾ ਹੱਕ ਸੀ ਅਤੇ ਨਾ ਹੀ ਜਵਾਬ ਦੀ ਉਮੀਦ। ਧੰਨਵਾਦ ਜੀ। ਸਟੋਰੀ ਕਿਵੇਂ ਲੱਗੀ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ।